ਸਤਿ ਸ਼੍ਰੀ ਅਕਾਲ ਜੀ। ਜੀਕੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਲੈ ਕੇ ਆਇਆ ਜੀ ਅੱਜ ਇੱਕ ਹੋਰ ਤੁਹਾਡੇ ਲਈ ਨਵੀਂ ਕਹਾਣੀ। ਮੇਰਾ ਛੋਟਾ ਦਿਓਰ ਆਪਣੇ ਹੋਣ ਵਾਲੀ ਪਤਨੀ ਨੂੰ ਘਰ ਬੁਲਾ ਲੈਂਦਾ ਤੇ ਮੈਨੂੰ ਪੈਸੇ ਦੇ ਕੇ ਚੁੱਪ ਕਰਾ ਦਿੰਦਾ ਤੇ ਮੈਨੂੰ ਪਹਿਰਾ ਦੇਣ ਲਈ ਕਹਿ ਦਿੰਦਾ ਕਿ ਭਾਬੀ ਤੂੰ ਸਾਡੀ ਰਾਖੀ ਰੱਖ, ਜੇ ਕੋਈ ਆਇਆ ਤਾਂ ਤੂੰ ਸਾਨੂੰ ਦੱਸ ਦੇਵੀਂ। ਪਰ ਇੱਕ ਦਿਨ ਜਦੋਂ ਕਮਰੇ ਵਿੱਚੋਂ ਅਜੀਬ ਜਿਹੀ ਆਵਾਜ਼ ਆਉਣ ਲੱਗੀ ਤਾਂ ਮੈਂ ਘਬਰਾ ਗਈ। ਮੈਂ ਸਮਝਦੀ ਦੀ ਤਾਂ ਸਭ ਕੁਝ ਸੀ, ਪਰ ਮੈਂ ਚੁੱਪਚਾਪ ਬੈਠੀ ਰਹੀ। ਪਰ ਉਹ ਆਵਾਜ਼ਾਂ ਉਹਨਾਂ ਦੀਆਂ ਆਵਾਜ਼ਾਂ ਤੇਜ਼ ਹੋ ਰਹੀਆਂ ਸਨ ਤੇ ਮੈਂ ਖਿੜਕੀ ਦੀ ਵਿਰਲ ਵਿੱਚ ਦੀ ਦੇਖਿਆ ਤਾਂ ਮੇਰੇ ਹੋਸ਼ ਹੀ ਉੱਡ ਗਏ। ਛੱਡੋ, ਮੈਨੂੰ ਕਿੱਥੇ ਲੈ ਕੇ ਜਾ ਰਹੇ ਹੋ? ਮੈਂ ਚੀਕਾਂ ਮਾਰ-ਮਾਰ ਉੱਚੀ-ਉੱਚੀ ਰੌਲਾ ਪਾਉਂਦੀ ਹੋਈ ਕਹਿ ਰਹੀ ਸੀ, ਪਰ ਮੇਰੀ ਕਿਸੇ ਨੇ ਇੱਕ ਵੀ ਨਾ ਸੁਣੀ। ਲੇਡੀਜ਼ ਪੁਲਿਸ ਮੈਨੂੰ ਜ਼ੋਰ ਨਾਲ ਖਿੱਚ ਰਹੀ ਸੀ ਤੇ ਦੇਖਣ ਵਾਲੇ ਸਾਰੇ ਮੇਰੇ ਤੇ ਹੀ ਲਾਹਨਤਾਂ ਪਾ ਰਹੇ ਸਨ ਤੇ ਕਹਿ ਰਹੇ ਸਨ ਕਿ ਇਹ ਉਹ ਔਰਤ ਹੈ ਜਿਸ ਨੇ ਆਪਣੇ ਦਿਓਰ ਦੇ ਨਾਲ। ਪਰ ਮੈਂ ਆਪਣੇ ਦਿਓਰ ਦੇ ਨਾਲ ਕੁਝ ਵੀ ਨਹੀਂ ਸੀ ਕਰਿਆ ਤੇ ਮੈਂ ਚੀਕਾਂ ਮਾਰ-ਮਾਰ ਕੇ ਆਪਣੀ ਸੱਚਾਈ ਦੱਸ ਰਹੀ ਸੀ। ਇੱਕ ਲੇਡੀਜ਼ ਪੁਲਿਸ ਦੀ ਔਰਤ ਨੇ ਮੇਰੇ ਜ਼ੋਰਦਾਰ ਮੂੰਹ ਤੇ ਥੱਪੜ ਮਾਰਿਆ ਤਾਂ ਮੇਰਾ ਚਿਹਰਾ ਲਾਲ ਸੁਰਖ ਹੋ ਗਿਆ ਤੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਨਿਕਲਣੇ ਸ਼ੁਰੂ ਹੋ ਗਏ। ਪਹਿਲੀ ਵਾਰ ਮੇਰਾ ਲੇਡੀਜ਼ ਪੁਲਿਸ ਦੇ ਨਾਲ ਇਸ ਤਰ੍ਹਾਂ ਵਾਸਤਾ ਪਿਆ ਸੀ। ਮੈਨੂੰ ਪੂਰੇ ਮੁਹੱਲੇ ਦੇ ਲੋਕਾਂ ਦੇ ਸਾਹਮਣੇ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ਮੇਰੀਆਂ ਬੱਚੀਆਂ ਨੇ ਜ਼ੋਰ-ਜ਼ੋਰ ਨਾਲ ਰੋਣਾ ਸ਼ੁਰੂ ਕਰ ਦਿੱਤਾ। ਮੇਰੀਆਂ ਬੱਚੀਆਂ ਨੂੰ ਸਾਡੀ ਗੁਆਂਢਣ ਨੇ ਫੜ ਕੇ ਰੱਖਿਆ ਸੀ ਤੇ ਉਹ ਜ਼ੋਰ-ਜ਼ੋਰ ਨਾਲ ਮਾਂ-ਮਾਂ ਕਹਿ ਕੇ ਰੋ ਰਹੀਆਂ ਸਨ। ਮੈਨੂੰ ਆਪਣੀ ਰੋਂਦੀਆਂ ਬੱਚੀਆਂ ਨੂੰ ਦੇਖ ਕੇ ਮੇਰੇ ਤਾਂ ਸਰੀਰ ਵਿੱਚੋਂ ਜਾਨ ਨਿਕਲ ਗਈ। ਪਰ ਸਾਰੇ ਲੋਕ ਮੈਨੂੰ ਨਫ਼ਰਤ ਦੀਆਂ ਨਜ਼ਰਾਂ ਨਾਲ ਦੇਖ ਰਹੇ ਸਨ। ਕੁਝ ਲੋਕ ਤਾਂ ਮੇਰੇ ਮੂੰਹ ਤੇ ਹੀ ਮੈਨੂੰ ਭਲਾ ਬੁਰਾ ਕਹਿ ਰਹੇ ਸਨ। ਕਿਹੋ ਜਿਹੀ ਔਰਤ, ਇਸ ਨੇ ਇੱਕ ਮਾਸੂਮ ਇਨਸਾਨ ਦੀ ਜਾਨ ਲੈ ਲਈ। ਅੱਜ ਕੱਲ੍ਹ ਤਾਂ ਆਪਣਿਆਂ ਤੇ ਭਰੋਸਾ ਵੀ ਨਹੀਂ ਕੀਤਾ ਜਾ ਸਕਦਾ। ਪਤਾ ਨਹੀਂ ਲੋਕ ਮੈਨੂੰ ਦੇਖ ਕੇ ਕੀ ਬੋਲ ਰਹੇ ਸਨ। ਮੇਰੇ ਤਾਂ ਸੁਣ ਕੇ ਕੰਨ ਬੋਲੇ ਹੋ ਗਏ ਸਨ, ਪਰ ਮੈਨੂੰ ਸਿਰਫ ਆਪਣੀਆਂ ਬੱਚੀਆਂ ਦੀ ਫਿਕਰ ਸੀ ਤੇ ਮੈਂ ਆਪਣੇ ਦਿਓਰ ਨੂੰ ਵੀ ਮੁਹੱਬਤ ਕਰਦੀ ਸੀ। ਮੇਰੇ ਪਤੀ ਨੇ ਨਾ ਤਾਂ ਮੈਨੂੰ ਜਿਉਂਦੇ ਜੀ ਸੁੱਖ ਦਿੱਤਾ ਸੀ ਤੇ ਨਾ ਹੀ ਮਰਨ ਤੋਂ ਬਾਅਦ। ਮੇਰਾ ਦਿਓਰ ਮੇਰੀ ਦਿਨ ਰਾਤ ਫਿਕਰ ਕਰਦਾ ਸੀ। ਉਹ ਮੇਰੇ ਪਤੀ ਨਾਲੋਂ ਬਹੁਤ ਹੀ ਜ਼ਿਆਦਾ ਚੰਗਾ ਇਨਸਾਨ ਸੀ। ਮੈਂ ਆਪਣੇ ਦਿਓਰ ਨੂੰ ਦੇਖ ਕੇ ਅੰਦਰੋਂ ਅੰਦਰੀ ਮੇਰੇ ਵਿੱਚ ਜਲਨ ਹੁੰਦੀ ਸੀ ਕਿ ਕਿਉਂ ਮੇਰਾ ਪਤੀ, ਕਿਉਂ ਨਹੀਂ ਇਹਦੇ ਵਰਗਾ। ਮੇਰੇ ਘਰ ਵਾਲਿਆਂ ਨੇ ਮੇਰਾ ਵਿਆਹ ਆਪਣੇ ਵੱਲੋਂ ਇੱਕ ਵਧੀਆ ਇਨਸਾਨ ਦੇ ਨਾਲ ਕਰਿਆ ਸੀ, ਪਰ ਮੈਨੂੰ ਪਤਾ ਸੀ ਮੇਰਾ ਪਤੀ ਕਿੰਨਾ ਕੁ ਚੰਗਾ ਤੇ ਵਧੀਆ ਇਨਸਾਨ ਸੀ, ਇਹ ਤਾਂ ਸਿਰਫ ਮੈਂ ਹੀ ਜਾਣਦੀ ਸੀ। ਮੇਰੀ ਸੁਹਾਗ ਰਾਤ ਵਾਲੇ ਦਿਨ ਹੀ ਮੇਰੇ ਪਤੀ ਨੇ ਮੇਰੇ ਉੱਪਰ ਹੱਥ ਉਠਾਇਆ ਸੀ ਤੇ ਉਸਨੇ ਉਸ ਰਾਤ ਬਹੁਤ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ। ਉਸਨੇ ਉਸ ਦਿਨ ਇੱਕ ਕਮਜ਼ੋਰ ਔਰਤ ਦੇ ਉੱਪਰ ਹੱਥ ਚੱਕ ਕੇ ਆਪਣਾ ਮਰਦਾਨਾਪਣ ਦਿਖਾਇਆ ਸੀ। ਉਹ ਮੇਰੇ ਤੇ ਆਪਣਾ ਰੋਹਬ ਜਮਾਉਣਾ ਚਾਹੁੰਦਾ ਸੀ। ਉਹ ਮੇਰੇ ਤੋਂ ਵਾਰ-ਵਾਰ ਇੱਕੋ ਹੀ ਗੱਲ ਪੁੱਛ ਰਿਹਾ ਸੀ ਕਿ ਦੱਸ, ਤੂੰ ਅੱਜ ਤੱਕ ਕੁਆਰੀ ਹੁੰਦੀ ਨੇ ਕਿੰਨੇ ਮਰਦਾਂ ਨਾਲ ਆਪਣਾ ਜਿਸਮ ਸਾਂਝਾ ਕਰਿਆ। ਇਹ ਸਭ ਸੁਣਨਾ ਮੇਰੇ ਲਈ ਇੱਕ ਮੌਤ ਦੇ ਬਰਾਬਰ ਸੀ। ਮੈਂ ਤਾਂ ਡਰਦੇ ਮਾਰੇ ਉਸਦੇ ਅੱਗੇ ਕੁਝ ਵੀ ਬੋਲ ਨਾ ਸਕੀ। ਮੈਂ ਡਰੀ ਸਹਿਮੀ ਉਸਦੀ ਮਾਰ ਖਾਂਦੀ ਰਹੀ, ਕਿਉਂਕਿ ਮੇਰੀ ਮਾਂ ਨੇ ਮੈਨੂੰ ਇਹੀ ਸਮਝਾ ਕੇ ਭੇਜਿਆ ਸੀ ਕਿ ਜਿਸ ਘਰ ਵਿੱਚ ਤੇਰੀ ਹੁਣ ਡੋਲੀ ਜਾ ਰਹੀ ਹੈ, ਉੱਥੋਂ ਤੇਰੀ ਅਰਥੀ ਹੀ ਉੱਠੇਗੀ। ਉਸ ਘਰੋਂ ਤੂੰ ਮਰ ਕੇ ਹੀ ਨਿਕਲੇਂਗੀ। ਕਦੇ ਵੀ ਜਿਉਂਦੇ ਜੀ ਆਪਣੇ ਸਹੁਰੇ ਘਰ ਨੂੰ ਨਾ ਛੱਡੀ। ਹਰ ਇੱਕ ਮਾਂ ਹੀ ਆਪਣੀ ਬੇਟੀ ਨੂੰ ਇਸ ਤਰ੍ਹਾਂ ਕਹਿ ਕੇ ਹੀ ਸਹੁਰੇ ਭੇਜਦੀ ਹੈ, ਤੇਰਾ ਪਤੀ ਤੇਰੇ ਨਾਲ ਜੋ ਵੀ ਕਰੇ ਤੂੰ ਆਪਣੇ ਪੇਕੇ ਘਰ ਆ ਕੇ ਕੋਈ ਵੀ ਗੱਲ ਨਹੀਂ ਕਰਨੀ। ਹੁਣ ਤੁਸੀਂ ਦੱਸੋ ਕਿ ਇੱਕ ਲੜਕੀ ਕੀ ਕਰ ਸਕਦੀ ਹੈ? ਸਿਰਫ ਸਿਰ ਝੁਕਾ ਕੇ ਉਹਨਾਂ ਦਾ ਹੁਕਮ ਮੰਨਣਾ ਉਸਦੇ ਲਈ ਪਹਿਲਾ ਕੰਮ ਸੀ। ਇਸੇ ਤਰ੍ਹਾਂ ਹੀ ਮੇਰੇ ਨਾਲ ਹੋਇਆ ਸੀ। ਮੇਰੇ ਪਤੀ ਨੇ ਪਹਿਲੇ ਹੀ ਦਿਨ ਮੇਰੇ ਨਾਲ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਮੈਨੂੰ ਇੱਕ ਬੇਵਫਾ ਔਰਤ ਸਮਝ ਕੇ ਹੀ ਸਾਰੀ ਰਾਤ ਕੁੱਟਦੇ ਰਹੇ ਤੇ ਉਸ ਰਾਤ ਮੇਰਾ ਅੰਗ-ਅੰਗ ਦਰਦ ਕਰਦਾ ਰਿਹਾ। ਜਦੋਂ ਸੁਬਹ ਹੋਈ ਤਾਂ ਜਿਸ ਇਨਸਾਨ ਨੇ ਹੀ ਅੱਗੇ ਹੋ ਕੇ ਮੇਰੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਉਹ ਕੋਈ ਹੋਰ ਇਨਸਾਨ ਨਹੀਂ, ਉਹ ਮੇਰਾ ਦਿਓਰ ਸੀ। ਮੈਂ ਕਮਰੇ ਦੇ ਕੋਨੇ ਵਿੱਚ ਬੈਠੀ ਰੋ ਰਹੀ ਸੀ ਤੇ ਮੇਰਾ ਪਤੀ ਨਸ਼ੇ ਦੇ ਵਿੱਚ ਘੂਕ ਸੁੱਤਾ ਪਿਆ ਸੀ। ਜਦੋਂ ਸੁਬਹ 3 ਵਜੇ ਅਚਾਨਕ ਕਮਰੇ ਦਾ ਗੇਟ ਖੜਕਿਆ ਤਾਂ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਹਾਂ। ਮੇਰੇ ਸਰੀਰ ਦੇ ਉੱਪਰ ਤੇ ਮੇਰੇ ਚਿਹਰੇ ਦੇ ਉੱਪਰ ਜ਼ਖਮ ਹੋ ਚੁੱਕੇ ਸਨ। ਮੈਂ ਉਹਨਾਂ ਨੂੰ ਕਿਵੇਂ ਲੁਕਾਉਂਦੀ, ਕਿਉਂਕਿ ਲੋਕਾਂ ਨੇ ਤਾਂ ਮੈਨੂੰ ਤਰ੍ਹਾਂ ਦੇ ਹੀ ਸਵਾਲ ਕਰਨੇ ਸੀ। ਮੈਂ ਆਪਣੀ ਹਾਲਤ ਦੇਖ ਕੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਮੇਰੇ ਦਿਓਰ ਨੇ ਹੌਲੀ ਜਿਹੀ ਆਵਾਜ਼ ਦਿੱਤੀ,
ਕਿ ਭਾਬੀ ਦਰਵਾਜ਼ਾ ਖੋਲੋ, ਮੈਂ ਜਾਣਦਾ ਮੇਰੇ ਭਰਾ ਨੇ ਤੁਹਾਡੇ ਨਾਲ ਕੀ ਕੀਤਾ। ਮੇਰੇ ਭਰਾ ਦਾ ਮੈਨੂੰ ਪਤਾ, ਉਸਨੇ ਇਹ ਸਭ ਕੁਝ ਨਸ਼ੇ ਵਿੱਚ ਕੀਤਾ। ਤੁਸੀਂ ਇੱਕ ਵਾਰ ਦਰਵਾਜ਼ਾ ਖੋਲੋ। ਤਾਂ ਮੈਂ ਕਮਰੇ ਦਾ ਉੱਠ ਕੇ ਜਦੋਂ ਗੇਟ ਖੋਲ੍ਹਿਆ ਤਾਂ ਮੇਰੇ ਦਿਓਰ ਨੇ ਜਦੋਂ ਮੇਰੀ ਹਾਲਤ ਦੇਖੀ ਤਾਂ ਮੈਨੂੰ ਕਿਹਾ ਕਿ ਭਾਬੀ ਤੁਹਾਡੀ ਇਹ ਹਾਲਤ। ਤਾਂ ਉਸਨੇ ਮੈਨੂੰ ਦੂਸਰੇ ਕਮਰੇ ਵਿੱਚੋਂ ਲਿਆ ਕੇ ਇੱਕ ਦਵਾਈ ਲਿਆ ਕੇ ਦਿੱਤੀ ਤੇ ਕਿਹਾ ਕਿ ਤੁਸੀਂ ਆਪਣੇ ਚਿਹਰੇ ਤੇ ਸਰੀਰ ਦੇ ਉੱਪਰ ਜ਼ਖਮਾਂ ਤੇ ਉੱਪਰ ਲਗਾ ਲਓ ਤੇ ਤੁਸੀਂ ਆਪਣੇ ਕੱਪੜੇ ਬਦਲ ਲਓ। ਮੇਰਾ ਰੋਣਾ ਨਿਕਲ ਗਿਆ। ਮੇਰੇ ਦਿਓਰ ਦੀ ਤਕਰੀਬਨ 20-22 ਸਾਲ ਦੀ ਹੀ ਉਮਰ ਹੋਵੇਗੀ। ਉਸਨੇ ਜਦੋਂ ਮੇਰੀ ਹਾਲਤ ਦੇਖੀ ਤਾਂ ਉਸਦਾ ਵੀ ਰੋਣ ਨਿਕਲ ਗਿਆ। ਤਾਂ ਮੈਨੂੰ ਉਹ ਕਹਿਣ ਲੱਗਿਆ ਕਿ ਭਾਬੀ ਤੁਸੀਂ ਮੈਨੂੰ ਮੁਆਫ ਕਰ ਦਿਓ। ਮੈਨੂੰ ਪਤਾ ਸੀ ਕਿ ਮੇਰਾ ਭਰਾ ਇਹ ਸਭ ਕੁਝ ਕਰੇਗਾ ਤੇ ਮੈਂ ਤੁਹਾਡੇ ਲਈ ਕੁਝ ਵੀ ਨਾ ਕਰ ਸਕਿਆ। ਮੈਨੂੰ ਪਤਾ ਮੇਰਾ ਭਰਾ ਨਸ਼ੇ ਦੇ ਵਿੱਚ ਇਨਸਾਨ ਨਹੀਂ ਰਹਿੰਦਾ, ਉਹ ਤਾਂ ਇੱਕ ਜਾਨਵਰ ਦੀ ਤਰ੍ਹਾਂ ਹੋ ਜਾਂਦਾ ਹੈ। ਤੁਸੀਂ ਦੇਖਿਓ ਜਦੋਂ ਮੇਰਾ ਭਰਾ ਦਾ ਨਸ਼ਾ ਉਤਰ ਗਿਆ ਤਾਂ ਉਸ ਨੂੰ ਇਹ ਵੀ ਅਹਿਸਾਸ ਹੋ ਜਾਵੇਗਾ ਕਿ ਉਸਨੇ ਰਾਤ ਜੋ ਕਰਿਆ। ਇਹ ਦੇਖ ਕੇ ਉਸ ਨੂੰ ਆਪਣੀ ਗਲਤੀ ਦਾ ਪਛਤਾਵਾ ਹੋ ਜਾਵੇਗਾ। ਮੈਂ ਆਪਣੇ ਦਿਓਰ ਦੇ ਹੱਥ ਵਿੱਚੋਂ ਚੁੱਪਚਾਪ ਉਹ ਦਵਾਈ ਲੈ ਲਈ ਤੇ ਆਪਣੇ ਕਮਰੇ ਦਾ ਗੇਟ ਬੰਦ ਕਰ ਦਿੱਤਾ। ਮੈਂ ਆਪਣੇ ਕੱਪੜੇ ਬਦਲੇ ਤੇ ਜਦੋਂ ਚਿਹਰੇ ਦੇ ਉੱਪਰ ਪਾਣੀ ਦੇ ਛਿੱਟੇ ਮਾਰੇ ਤਾਂ ਮੇਰੇ ਜ਼ਖਮਾਂ ਦੇ ਉੱਪਰ ਪਾਣੀ ਲੱਗਣ ਕਾਰਨ ਜਲਨ ਹੋਈ। ਮੇਰੇ ਜ਼ਖਮ ਜਿਵੇਂ ਚਿਹਰੇ ਦੇ ਉੱਪਰ ਮਿਰਚਾਂ ਛਿੜਕੀਆਂ ਹੋਣ ਇਸ ਤਰ੍ਹਾਂ ਮੱਚ ਰਹੇ ਸਨ। ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਨਿਕਲਣੇ ਸ਼ੁਰੂ ਹੋ ਗਏ। ਮੈਨੂੰ ਆਪਣੀ ਮਾਂ ਦੀਆਂ ਕਈਆਂ ਗੱਲਾਂ ਯਾਦ ਆਉਣ ਲੱਗੀਆਂ। ਬੇਟਾ ਨਾ ਹੋਣ ਕਾਰਨ ਮੇਰੀ ਮਾਂ ਦੇ 4 ਬੇਟੀਆਂ ਸਨ। ਮੇਰੀ ਮਾਂ ਨੇ ਵੀ ਆਪਣੇ ਆਪ ਨੂੰ ਇਸੇ ਤਰ੍ਹਾਂ ਪੱਥਰ ਬਣਾ ਲਿਆ ਸੀ। ਮੇਰੇ ਪਾਪਾ ਨੇ ਵੀ ਮੇਰੀ ਮਾਂ ਦੇ ਉੱਪਰ ਸਾਰੀ ਉਮਰ ਜ਼ੁਲਮ ਹੀ ਕੀਤਾ ਸੀ, ਪਰ ਮੇਰੀ ਮਾਂ ਨੇ ਕਦੇ ਵੀ ਆਪਣੇ ਪੇਕੇ ਜਾ ਕੇ ਮੇਰੇ ਪਾਪਾ ਦੇ ਖਿਲਾਫ ਸ਼ਿਕਾਇਤ ਨਹੀਂ ਸੀ ਕੀਤੀ। ਇਸ ਕਰਕੇ ਹੀ ਮੇਰੀ ਮਾਂ ਨੇ ਵੀ ਮੈਨੂੰ ਇਸੇ ਤਰ੍ਹਾਂ ਸਮਝਾ ਕੇ ਸਹੁਰੇ ਘਰ ਭੇਜਿਆ ਸੀ। ਮੇਰਾ ਰਿਸ਼ਤਾ ਮੇਰੇ ਪਾਪਾ ਨੇ ਹੀ ਦੇਖਿਆ ਸੀ, ਪਰ ਉਹ ਮੇਰੇ ਮਾਂ ਪਿਓ ਤਾਂ ਅੱਜ ਮੇਰਾ ਵਿਆਹ ਕਰਕੇ ਬਿਲਕੁਲ ਆਜ਼ਾਦ ਹੋ ਗਏ ਸਨ। ਉਹਨਾਂ ਨੂੰ ਨਾ ਤਾਂ ਮੇਰੀ ਕੋਈ ਫਿਕਰ ਸੀ ਤੇ ਮੈਂ ਹੁਣ ਬਸ ਆਪਣੇ ਪਤੀ ਦੀ ਇੱਕ ਗੁਲਾਮ ਪਤਨੀ ਬਣ ਕੇ ਰਹਿ ਗਈ ਸੀ। ਉਹ ਮੈਨੂੰ ਜਿੰਦਾ ਰੱਖਦਾ ਚਾਹੇ ਮਾਰ ਦਿੰਦਾ, ਮੇਰੇ ਘਰ ਵਾਲਿਆਂ ਨੂੰ ਕੋਈ ਫਿਕਰ ਨਹੀਂ ਸੀ। ਸੁਬਾਹ ਦਿਓਰ ਮੇਰੇ ਲਈ ਹਲਦੀ ਵਾਲੇ ਦੁੱਧ ਦਾ ਗਲਾਸ ਲੈ ਕੇ ਆਇਆ, ਜਿਸ ਨੂੰ ਮੈਂ ਪੀ ਕੇ ਫਰਸ਼ ਦੇ ਉੱਪਰ ਹੀ ਫਿਰ ਲੇਟ ਗਈ ਤੇ ਮੈਨੂੰ ਨੀਂਦ ਆ ਗਈ, ਕਿਉਂਕਿ ਮੈਂ ਸਾਰੀ ਰਾਤ ਸੁੱਤੀ ਨਹੀਂ ਸੀ। ਨੀਂਦ ਤਾਂ ਕੰਡਿਆਂ ਤੇ ਵੀ ਆ ਜਾਂਦੀ ਹੈ, ਮੈਂ ਤਾਂ ਫਿਰ ਵੀ ਸਾਰੀ ਰਾਤ ਅੱਖਾਂ ਦੇ ਵਿੱਚ ਹੀ ਕੱਢੀ ਸੀ। ਮੈਨੂੰ ਕਾਫੀ ਟਾਈਮ ਸੁੱਤੀ ਨੂੰ ਹੋ ਗਿਆ ਸੀ ਤਾਂ ਫਿਰ ਮੈਨੂੰ ਨੀਂਦ ਦੇ ਵਿੱਚ ਹੀ ਮੈਨੂੰ ਲੱਗਿਆ ਕਿ ਮੇਰੇ ਕੋਲ ਕੋਈ ਬੈਠਾ ਹੈ। ਜਦੋਂ ਮੈਂ ਆਪਣੀਆਂ ਅੱਧ ਮੀਚੀਆਂ ਅੱਖਾਂ ਨਾਲ ਦੇਖਿਆ ਤਾਂ ਮੇਰਾ ਪਤੀ ਮੇਰੇ ਚਿਹਰੇ ਨੂੰ ਦੇਖ ਰਿਹਾ ਸੀ। ਉਸ ਦਾ ਚਿਹਰਾ ਵੀ ਬਹੁਤ ਉਦਾਸ ਸੀ। ਮੈਂ ਉਸ ਨੂੰ ਆਪਣੇ ਇੰਨਾ ਨਜ਼ਦੀਕ ਦੇਖ ਕੇ ਮੇਰੀ ਚੀਕ ਨਿਕਲਣ ਲੱਗੀ ਸੀ, ਪਰ ਮੈਂ ਮਸਾਂ ਹੀ ਆਪਣੇ ਆਪ ਤੇ ਕੰਟਰੋਲ ਕਰਿਆ ਤੇ ਮੈਂ ਘਬਰਾ ਕੇ ਜਲਦੀ ਉੱਠ ਕੇ ਬੈਠ ਗਈ। ਮੇਰੇ ਪਤੀ ਨੇ ਫਿਰ ਮੇਰੇ ਕੋਲ ਬੈਠ ਕੇ ਮੇਰੇ ਚਿਹਰੇ ਨੂੰ ਦੇਖਿਆ ਤੇ ਮੇਰੇ ਹੱਥਾਂ ਨੂੰ ਆਪਣੇ ਹੱਥ ਵਿੱਚ ਫੜ ਕੇ ਮੇਰੇ ਤੋਂ ਮੁਆਫੀ ਮੰਗੀ। ਤਾਂ ਮੇਰੇ ਪਤੀ ਨੇ ਕਿਹਾ ਕਿ ਇਹ ਸਭ ਤੇਰੇ ਨਾਲ ਮੈਂ ਰਾਤ ਨੂੰ ਨਸ਼ੇ ਵਿੱਚ ਕਰਿਆ, ਮੈਨੂੰ ਤੂੰ ਮੁਆਫ ਕਰ ਦੇ। ਮੈਨੂੰ ਪਤਾ ਨਹੀਂ ਲੱਗਿਆ ਮੈਂ ਨਸ਼ੇ ਵਿੱਚ ਸੀ, ਪਰ ਉਹ ਤਾਂ ਰਾਤ ਵਾਲੇ ਇਨਸਾਨ ਤੋਂ ਬਿਲਕੁਲ ਅਲੱਗ ਲੱਗ ਰਿਹਾ ਸੀ। ਮੈਂ ਤਾਂ ਹੈਰਾਨੀ ਭਰੀਆਂ ਨਜ਼ਰਾਂ ਨਾਲ ਉਸ ਨੂੰ ਦੇਖਣ ਲੱਗੀ। ਉਸ ਦੇ ਚਿਹਰੇ ਦੇ ਉੱਪਰ ਦੁੱਖ ਤੇ ਪਰੇਸ਼ਾਨੀ ਸਾਫ਼ ਦਿਖਾਈ ਦੇ ਰਹੀ ਸੀ। ਇਹ ਤਾਂ ਮੈਨੂੰ ਬਾਅਦ ਦੇ ਵਿੱਚ ਮੇਰੇ ਦਿਓਰ ਨੇ ਦੱਸਿਆ ਕਿ ਮੇਰੇ ਭਰਾ ਦੀ ਇਸ ਤਰ੍ਹਾਂ ਦੀ ਹਾਲਤ ਸਿਰਫ ਨਸ਼ੇ ਵਿੱਚ ਹੀ ਹੁੰਦੀ ਹੈ। ਜਦੋਂ ਉਸ ਦਾ ਨਸ਼ਾ ਉਤਰ ਜਾਂਦਾ ਤਾਂ ਉਸ ਤੋਂ ਵਧੀਆ ਇਨਸਾਨ ਸ਼ਾਇਦ ਦੁਨੀਆ ਵਿੱਚ ਨਹੀਂ ਹੋਣਾ। ਤੇ ਮੇਰਾ ਭਰਾ ਥੋੜਾ ਦਿਮਾਗੀ ਮਰੀਜ਼ ਵੀ ਹੈ ਤੇ ਮੇਰਾ ਭਰਾ ਨਸ਼ਾ ਵੀ ਕਰਦਾ ਹੈ ਤੇ ਨਸ਼ੇ ਦੀ ਹਾਲਤ ਵਿੱਚ ਉਹ ਇਸ ਤਰ੍ਹਾਂ ਪਾਗਲ ਦੀ ਤਰ੍ਹਾਂ ਹੋ ਜਾਂਦਾ ਹੈ। ਉਹ ਨਸ਼ੇ ਵਿੱਚ ਕਿਸੇ ਨੂੰ ਵੀ ਨਹੀਂ ਬਖਸ਼ਦਾ ਤੇ ਨਸ਼ਾ ਉਤਰਨ ਤੋਂ ਬਾਅਦ ਉਹ ਇੱਕ ਆਮ ਇਨਸਾਨ ਵਾਂਗ ਹੁੰਦਾ ਹੈ। ਜਦੋਂ ਮੈਂ ਆਪਣੇ ਪਤੀ ਦਾ ਇਹ ਰੂਪ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ। ਉਸਨੇ ਜਲਦੀ ਅਲਮਾਰੀ ਵਿੱਚੋਂ ਇੱਕ ਦਵਾਈ ਕੱਢੀ ਤੇ ਮੇਰੇ ਜ਼ਖਮਾਂ ਦੇ ਉੱਪਰ ਆਪਣੇ ਹੱਥੀਂ ਲਗਾਉਣੀ ਸ਼ੁਰੂ ਕਰ ਦਿੱਤੀ ਤੇ ਮੇਰੇ ਕੋਲੋਂ ਹੱਥ ਜੋੜ ਕੇ ਮੁਆਫੀ ਹੀ ਮੰਗਦਾ ਰਿਹਾ। ਤੇ ਫਿਰ ਉਸਨੇ ਮੇਰੀ ਹੁਸਨ ਦੀ ਵੀ ਤਾਰੀਫ ਕੀਤੀ ਕਿ ਮੈਂ ਤਾਂ ਕਿਸਮਤ ਵਾਲਾ ਹਾਂ ਜੋ ਤੇਰੇ ਵਰਗੀ ਪਤਨੀ ਮੇਰੇ ਨਸੀਬਾਂ ਵਿੱਚ ਲਿਖੀ ਹੈ। ਉਹ ਮੈਨੂੰ ਬਹੁਤ ਹੀ ਜ਼ਿਆਦਾ ਸ਼ਰਮਿੰਦਾ ਲੱਗ ਰਿਹਾ ਸੀ। ਮੈਨੂੰ ਵੀ ਲੱਗਿਆ ਇਹ ਗਲਤੀ ਪਹਿਲੀ ਤੇ ਆਖਰੀ ਵਾਰ ਹੀ ਹੋਵੇਗੀ, ਪਰ ਇਸ ਤਰ੍ਹਾਂ ਨਹੀਂ ਹੋਇਆ। ਮੇਰਾ ਪਤੀ ਜਦੋਂ ਵੀ ਨਸ਼ਾ ਕਰਦਾ ਤਾਂ ਉਹ ਮੈਨੂੰ ਬਹੁਤ ਹੀ ਕੁੱਟਦਾ, ਮਾਰਦਾ ਤੇ ਮੇਰਾ ਜਿਸਮ ਨੂੰ ਉਹ ਨੋਚਦਾ।
ਤੇ ਮੇਰਾ ਦਿਓਰ ਹੀ ਸੀ ਜੋ ਮੈਨੂੰ ਮੇਰੇ ਪਤੀ ਦੇ ਜ਼ੁਲਮ ਤੋਂ ਬਚਾਉਂਦਾ ਸੀ। ਮੈਂ ਤਾਂ ਆਪਣੀ ਜ਼ਿੰਦਗੀ ਤੋਂ ਬਹੁਤ ਹੀ ਜ਼ਿਆਦਾ ਤੰਗ ਆ ਚੁੱਕੀ ਸੀ। ਮੇਰਾ ਦਿਓਰ ਹੀ ਮੇਰੀ ਹੀ ਹਮ ਉਮਰ ਦਾ ਸੀ। ਉਹ ਬਹੁਤ ਹੀ ਵਧੀਆ ਇਨਸਾਨ ਸੀ। ਉਹ ਆਪਣੇ ਭਰਾ ਨਾਲੋਂ ਬਿਲਕੁਲ ਹੀ ਅਲੱਗ ਤਰ੍ਹਾਂ ਦਾ ਸੀ। ਉਹ ਤਾਂ ਆਪਣੇ ਭਰਾ ਦੇ ਨਸ਼ੇ ਕਰਨ ਦੀ ਆਦਤ ਤੋਂ ਵੀ ਨਫ਼ਰਤ ਕਰਦਾ ਸੀ। ਮੇਰਾ ਦਿਓਰ ਕੋਈ ਵੀ ਨਸ਼ਾ ਨਹੀਂ ਸੀ ਕਰਦਾ। ਉਹ ਸਾਰੇ ਰਿਸ਼ਤਿਆਂ ਦੀ ਇੱਜ਼ਤ ਕਰਦਾ ਸੀ। ਉਸ ਨੂੰ ਦੇਖ ਕੇ ਤਾਂ ਮੇਰੇ ਦਿਲ ਵਿੱਚੋਂ ਚੀਸ ਨਿਕਲਦੀ ਸੀ ਕਿ ਕਾਸ਼ ਮੇਰਾ ਪਤੀ ਵੀ ਮੇਰੇ ਦਿਓਰ ਵਰਗਾ ਹੁੰਦਾ। ਮੈਨੂੰ ਆਪਣੇ ਦਿਓਰ ਵਰਗਾ ਇਨਸਾਨ ਚਾਹੀਦਾ ਸੀ। ਮੈਨੂੰ ਮੇਰੇ ਪਤੀ ਦੇ ਨਸ਼ਾ ਛੱਡਣ ਦੀਆਂ ਬਹੁਤ ਵਾਰ ਕਸਮਾਂ ਖਾਧੀਆਂ, ਪਰ ਉਹ ਉਹਨਾਂ ਤੇ ਕਦੇ ਵੀ ਪੂਰਾ ਨਾ ਉਤਰਿਆ। ਮੇਰਾ ਪਤੀ ਕਮਾਈ ਵੀ ਬਹੁਤ ਘੱਟ ਕਰਦਾ ਸੀ। ਜਿੰਨੀ ਕਮਾਈ ਕਰਦਾ ਸੀ ਉਹ ਸਾਰੀ ਨਸ਼ੇ ਵਿੱਚ ਹੀ ਉਡਾ ਦਿੰਦਾ ਸੀ। ਪਰ ਮੇਰਾ ਦਿਓਰ ਵਧੀਆ ਕਮਾਈ ਕਰਦਾ ਸੀ ਤੇ ਸਾਰੇ ਘਰ ਦਾ ਖਰਚ ਵੀ ਉਹ ਆਪ ਹੀ ਚੁੱਕਦਾ ਸੀ। ਵਿਆਹ ਤੋਂ 6 ਮਹੀਨਿਆਂ ਤੋਂ ਬਾਅਦ ਮੈਂ ਪ੍ਰੈਗਨੈਂਟ ਹੋ ਗਈ। ਜਦੋਂ ਮੇਰੇ ਪ੍ਰੈਗਨੈਂਟ ਹੋਣ ਦੀ ਖਬਰ ਮੇਰੇ ਪਤੀ ਤੇ ਮੇਰੇ ਦਿਓਰ ਨੂੰ ਪਤਾ ਲੱਗੀ ਤਾਂ ਉਹ ਬਹੁਤ ਖੁਸ਼ ਹੋਏ ਤੇ ਮੇਰੇ ਪਤੀ ਦੀ ਤਾਂ ਖੁਸ਼ੀ ਉਦੋਂ ਤੱਕ ਹੀ ਸੀ ਜਦੋਂ ਉਹ ਨਸ਼ਾ ਨਹੀਂ ਸੀ ਕਰਦਾ। ਜਦੋਂ ਉਹ ਨਸ਼ਾ ਕਰਦਾ ਸੀ ਤਾਂ ਮੈਨੂੰ ਆਪਣੇ ਬੱਚੇ ਦੀ ਫਿਕਰ ਰਹਿੰਦੀ ਸੀ, ਕਿਉਂਕਿ ਮੇਰਾ ਪਤੀ ਮੇਰੇ ਨਾਲ ਬਹੁਤ ਹੀ ਘਟੀਆ ਕਿਸਮ ਦੀਆਂ ਹਰਕਤਾਂ ਕਰਦਾ ਸੀ। ਪਰ ਮੇਰਾ ਦਿਓਰ ਮੇਰੇ ਪਤੀ ਨਾਲੋਂ ਜ਼ਿਆਦਾ ਖਿਆਲ ਰੱਖਦਾ ਸੀ। ਮੇਰਾ ਦਿਓਰ ਮੈਨੂੰ ਘਰ ਦਾ ਕੋਈ ਵੀ ਕੰਮ ਨਹੀਂ ਸੀ ਕਰਨ ਦਿੰਦਾ। ਉਹ ਜਦੋਂ ਮੇਰੀ ਸਿਹਤ ਠੀਕ ਨਾ ਹੁੰਦੀ ਤਾਂ ਬਾਹਰੋਂ ਖਾਣਾ ਲੈ ਆਉਂਦਾ ਤੇ ਬਰਤਨ ਵੀ ਆਪ ਸਾਫ਼ ਕਰ ਦਿੰਦਾ ਸੀ। ਮੈਂ ਆਪਣੇ ਦਿਓਰ ਨੂੰ ਦੇਖ ਕੇ ਇਹੀ ਸੋਚਦੀ ਕਿ ਕਾਸ਼ ਮੇਰਾ ਦਿਓਰ ਹੀ ਮੇਰਾ ਪਤੀ ਹੁੰਦਾ, ਪਰ ਹੋਣਾ ਤਾਂ ਉਹੀ ਹੁੰਦਾ ਜੋ ਕਿਸਮਤ ਵਿੱਚ ਲਿਖਿਆ ਹੁੰਦਾ। ਜਦੋਂ ਮੇਰਾ ਪਤੀ ਨਸ਼ੇ ਦੀ ਹਾਲਤ ਵਿੱਚ ਮੇਰੀ ਇਸ ਤਰ੍ਹਾਂ ਮੈਨੂੰ ਬਹੁਤ ਕੁੱਟਦਾ, ਮਾਰਦਾ ਤੇ ਮੇਰੇ ਨਾਲ ਜ਼ਬਰਦਸਤੀ ਕਰਦਾ। ਜਿਸ ਦਿਨ ਮੇਰਾ ਦਿਓਰ ਘਰ ਨਹੀਂ ਸੀ ਹੁੰਦਾ, ਉਦੋਂ ਤਾਂ ਮੇਰੀ ਜਾਨ ਮੁੱਠੀ ਵਿੱਚ ਰਹਿੰਦੀ ਸੀ, ਕਿਉਂਕਿ ਮੇਰੇ ਪਤੀ ਤੋਂ ਮੈਨੂੰ ਮੇਰਾ ਦਿਓਰ ਹੀ ਬਚਾਉਂਦਾ ਸੀ। ਮੇਰਾ ਦਿਓਰ ਹੀ ਮੇਰੀ ਰੱਖਿਆ ਕਰਦਾ ਸੀ, ਕਿਉਂਕਿ ਸਾਡੇ ਘਰ ਵਿੱਚ ਕੋਈ ਹੋਰ ਵੀ ਨਹੀਂ ਸੀ, ਸਿਰਫ ਮੇਰਾ ਪਤੀ ਤੇ ਮੇਰਾ ਦਿਓਰ ਹੀ ਸੀ। ਮੇਰੇ ਸੱਸ ਸਹੁਰੇ ਦੀ ਮੌਤ ਹੋ ਚੁੱਕੀ ਸੀ। ਜੇ ਮੇਰੇ ਕੋਈ ਨਨਾਣ ਹੁੰਦੀ ਤਾਂ ਉਹਨੂੰ ਮੈਂ ਆਪਣਾ ਦੁੱਖ ਦੱਸਦੀ। ਫਿਰ ਜਦੋਂ ਮੇਰੀ ਡਿਲੀਵਰੀ ਹੋਈ ਤਾਂ ਮੇਰੇ 2 ਜੁੜਵਾ ਬੱਚਿਆਂ ਨੇ ਜਨਮ ਲਿਆ। ਜਦੋਂ ਮੇਰੇ ਪਤੀ ਨੂੰ ਕੁੜੀਆਂ ਬਾਰੇ ਪਤਾ ਲੱਗਿਆ ਤਾਂ ਉਸਨੇ ਮੇਰੇ ਦਿਓਰ ਨੂੰ ਕਿਹਾ ਕਿ ਤੂੰ ਇਹਨਾਂ ਕੁੜੀਆਂ ਨੂੰ ਹਸਪਤਾਲ ਵਿੱਚ ਹੀ ਮਾਰ ਦੇ। ਮੈਨੂੰ ਵੀ ਇਹੀ ਫਿਕਰ ਵੱਡ ਖਾਂਦਾ ਸੀ ਕਿ ਮੇਰਾ ਪਤੀ ਮੇਰੀਆਂ ਬੱਚੀਆਂ ਨੂੰ ਮਾਰ ਨਾ ਦੇਵੇ। ਮੈਨੂੰ ਤਾਂ ਆਪਣੀ ਮਾਂ ਵਾਲੀ ਕਹਾਣੀ ਹੀ ਮੇਰੇ ਨਾਲ ਹੁੰਦੀ ਜਾਪਦੀ ਦਿਸਦੀ ਸੀ, ਕਿਉਂਕਿ ਜਦੋਂ ਮੇਰੀ ਮਾਂ ਦੀ ਕੁੜੀ ਜਨਮ ਲੈਂਦੀ ਤਾਂ ਮੇਰਾ ਪਿਓ ਮੇਰੀ ਮਾਂ ਨੂੰ ਕੁੱਟਦਾ, ਮਾਰਦਾ ਸੀ। ਪਰ ਮੇਰੇ ਦਿਓਰ ਨੇ ਮੇਰੇ ਪਤੀ ਦੀ ਇੱਕ ਵੀ ਗੱਲ ਨਾ ਸੁਣੀ। ਉਹ ਮੇਰੀ ਤੇ ਮੇਰੀ ਬੱਚੀਆਂ ਦਾ ਪੂਰੀ ਤਰ੍ਹਾਂ ਦੇਖਭਾਲ ਕਰਦਾ ਸੀ ਤੇ ਉਹ ਮੈਨੂੰ ਕਹਿ ਰਿਹਾ ਸੀ ਕਿ ਭਾਬੀ ਦੋਵੇਂ ਬੱਚੀਆਂ ਬਿਲਕੁਲ ਪਰੀਆਂ ਵਰਗੀਆਂ ਨੇ। ਮੈਂ ਤਾਂ ਹੁਣ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੀ ਸੀ ਕਿ ਪ੍ਰਮਾਤਮਾ ਜੇ ਤੂੰ ਬੱਚੀਆਂ ਦਿੱਤੀਆਂ ਤਾਂ ਇਹਨਾਂ ਦੇ ਪਾਪਾ ਨੂੰ ਤੂੰ ਚੱਕ ਲੈ। ਮੈਂ ਆਪਣੇ ਪਤੀ ਦੀ ਆਪਣੇ ਮੂੰਹੋਂ ਹੀ ਮੌਤ ਮੰਗ ਰਹੀ ਸੀ, ਕਿਉਂਕਿ ਮੈਂ ਜਾਣਦੀ ਸੀ ਕਿ ਮੈਂ ਤਾਂ ਆਪਣੇ ਪਤੀ ਦੇ ਜ਼ੁਲਮ ਸਹਿ ਸਕਦੀ ਸੀ, ਪਰ ਇਹ ਮਾਸੂਮ ਬੱਚਿਆਂ ਨੂੰ ਉਹ ਜਾਨੋਂ ਮਾਰ ਦਿੰਦਾ ਤੇ ਮੈਂ ਆਪਣੇ ਅੱਖਾਂ ਦੇ ਸਾਹਮਣੇ ਆਪਣੀ ਔਲਾਦ ਨੂੰ ਮਰਦੇ ਨਹੀਂ ਸੀ ਦੇਖ ਸਕਦੀ। ਹਸਪਤਾਲ ਵਿੱਚੋਂ ਛੁੱਟੀ ਮਿਲੀ ਤੇ ਮੇਰਾ ਦਿਓਰ ਮੈਨੂੰ ਘਰ ਲੈ ਆਇਆ। ਮੇਰੇ ਮਾਂ ਪਿਓ ਨੇ ਵੀ ਮੇਰੀ ਕਦੇ ਸਾਰ ਨਹੀਂ ਸੀ ਲਈ, ਕਿਉਂਕਿ ਉਹਨਾਂ ਨੇ ਤਾਂ ਮੇਰਾ ਵਿਆਹ ਕਰਕੇ ਬਸ ਇਹੀ ਸੋਚ ਲਿਆ ਸੀ ਕਿ ਇਸ ਘਰ ਵਿੱਚ ਉਸਦੇ ਲਈ ਕੋਈ ਜਗ੍ਹਾ ਨਹੀਂ। ਹਸਪਤਾਲ ਤੋਂ ਘਰ ਆਇਆਂ ਨੂੰ ਸਾਨੂੰ 1 ਹਫ਼ਤਾ ਹੀ ਹੋਇਆ ਸੀ, ਪਰ ਮੇਰਾ ਪਤੀ ਕਦੇ ਵੀ ਘਰ ਨਹੀਂ ਸੀ ਆਇਆ। ਉਹ ਜਿੱਥੇ ਕੰਮ ਕਰਦਾ ਸੀ ਉੱਥੇ ਹੀ ਰਹਿਣ ਲੱਗ ਪਿਆ। ਉਹ ਕੁੜੀਆਂ ਨੂੰ ਆਪਣੇ ਮੱਥੇ ਵੀ ਨਹੀਂ ਸੀ ਲਾਉਣਾ ਚਾਹੁੰਦਾ। ਉਧਰ ਮੈਂ ਇਹੀ ਅਰਦਾਸ ਕਰਦੀ ਕਿ ਪ੍ਰਮਾਤਮਾ ਮੇਰੇ ਪਤੀ ਦੀ ਮੌਤ ਹੀ ਹੋ ਜਾਵੇ, ਪਰ ਮੈਨੂੰ ਨਹੀਂ ਸੀ ਪਤਾ ਕਿ ਪ੍ਰਮਾਤਮਾ ਮੇਰੀ ਇੰਨੀ ਜਲਦੀ ਸੁਣ ਲਵੇਗਾ। ਮੇਰਾ ਪਤੀ ਜਿੱਥੇ ਕੰਮ ਕਰਦਾ ਸੀ ਉੱਥੇ ਕਮਰੇ ਦੀ ਛੱਤ ਡਿੱਗਣ ਕਾਰਨ ਮੇਰੇ ਪਤੀ ਦੀ ਮੌਤ ਹੋ ਗਈ ਸੀ। ਜਦੋਂ ਸਾਨੂੰ ਉਸਦੇ ਮੌਤ ਦੀ ਖਬਰ ਦਾ ਪਤਾ ਲੱਗਿਆ ਤਾਂ ਮੈਂ ਬਹੁਤ ਰੋਈ, ਕਿਉਂਕਿ ਮੇਰੀਆਂ ਬੱਚੀਆਂ ਨੇ ਜਨਮ ਲੈਂਦਿਆਂ ਹੀ ਉਹ ਅਨਾਥ ਹੋ ਗਈਆਂ ਸਨ। ਉਹਨਾਂ ਨੂੰ ਆਪਣੇ ਪਾਪਾ ਦਾ ਇੱਕ ਦਿਨ ਵੀ ਪਿਆਰ ਨਹੀਂ ਸੀ ਮਿਲਿਆ। ਪਰ ਮੈਂ ਫਿਰ ਵੀ ਖੁਸ਼ ਸੀ, ਕਿਉਂਕਿ ਮੈਂ ਅਜਿਹੇ ਦਰਿੰਦੇ ਇਨਸਾਨ ਨਾਲ ਨਹੀਂ ਸੀ ਰਹਿਣਾ ਚਾਹੁੰਦੀ, ਕਿਉਂਕਿ ਮੈਨੂੰ ਪਤਾ ਸੀ ਕਿ ਹੁਣ ਮੇਰੀਆਂ ਬੱਚੀਆਂ ਆਜ਼ਾਦ ਨੇ ਤੇ ਉਹਨਾਂ ਨੂੰ ਕੋਈ ਵੀ ਨਹੀਂ ਸੀ ਮਾਰ ਸਕਦਾ। ਉਧਰ ਮੇਰਾ ਦਿਓਰ ਮੇਰਾ ਤੇ ਮੇਰੀਆਂ ਬੱਚੀਆਂ ਦਾ ਬਹੁਤ ਜ਼ਿਆਦਾ ਖਿਆਲ ਰੱਖਦਾ ਸੀ। ਉਹ ਉਹਨਾਂ ਨੂੰ ਇਸ ਤਰ੍ਹਾਂ ਪਿਆਰ ਦਿੰਦਾ ਸੀ ਜਿਵੇਂ ਉਹ ਉਸ ਦੀਆਂ ਹੀ ਬੱਚੀਆਂ ਹੋਣ, ਤੇ ਜਦੋਂ ਵੀ ਉਸ ਨੂੰ ਕੰਮ ਤੋਂ ਵਿਹਲ ਮਿਲਦੀ ਤਾਂ ਉਹ ਉਹਨਾਂ ਦੇ ਨਾਲ ਬਹੁਤ ਖੇਡਦਾ। 1 ਸਾਲ ਹੋ ਗਿਆ ਸੀ ਮੇਰੇ ਪਤੀ ਦੀ ਮੌਤ ਹੋਈ ਨੂੰ, ਪਰ ਮੈਂ ਇਸ 1 ਸਾਲ ਵਿੱਚ ਕਦੇ ਵੀ ਨਹੀਂ ਸੀ ਰੋਈ।
ਮੈਨੂੰ ਮੇਰੇ ਪਤੀ ਦੀ ਕਦੇ ਵੀ ਯਾਦ ਨਹੀਂ ਸੀ ਆਈ। ਮੇਰੀ ਹੁਣ ਸਿਹਤ ਵੀ ਵਧੀਆ ਹੋ ਗਈ ਸੀ ਤੇ ਮੈਂ ਪ੍ਰਮਾਤਮਾ ਦਾ ਦਿਨ ਰਾਤ ਇਹੀ ਸ਼ੁਕਰ ਅਦਾ ਕਰਦੀ ਸੀ ਕਿ ਪ੍ਰਮਾਤਮਾ ਨੇ ਮੈਨੂੰ ਇੰਨਾ ਵਧੀਆ ਦਿਓਰ ਦਿੱਤਾ ਸੀ। ਜੇ ਮੇਰਾ ਦਿਓਰ ਨਾ ਹੁੰਦਾ ਤਾਂ ਮੈਂ ਦਰ-ਦਰ ਠੋਕਰਾਂ ਖਾ ਰਹੀ ਹੁੰਦੀ। ਕਦੇ ਕਦੇ ਮੈਂ ਸੋਚਦੀ ਕਿ ਜਦੋਂ ਮੇਰੇ ਦਿਓਰ ਦਾ ਵਿਆਹ ਹੋ ਗਿਆ ਤਾਂ ਮੈਂ ਕੀ ਕਰਾਂਗੀ। ਫਿਰ ਮੈਂ ਵਧੀਆ ਵਧੀਆ ਤਿਆਰ ਹੋ ਕੇ ਰਹਿਣ ਲੱਗੀ। ਮੈਂ ਤਾਂ ਚਾਹੁੰਦੀ ਸੀ ਕਿ ਮੇਰਾ ਦਿਓਰ ਮੇਰੇ ਨਾਲ ਹੀ ਵਿਆਹ ਕਰਵਾ ਲਵੇ, ਪਰ ਕਿਸਮਤ ਨੂੰ ਤਾਂ ਹੋਰ ਹੀ ਮਨਜ਼ੂਰ ਸੀ। ਇੱਕ ਦਿਨ ਮੇਰੇ ਦਿਓਰ ਨੇ ਕਿਹਾ ਕਿ ਭਾਬੀ, ਮੈਂ ਵਿਆਹ ਕਰਵਾਉਣਾ ਹੈ। ਪਹਿਲਾਂ ਤਾਂ ਮੈਂ ਘਬਰਾ ਗਈ। ਮੇਰਾ ਦਿਓਰ ਮੇਰੇ ਨਾਲ ਤਾਂ ਨਹੀਂ ਵਿਆਹ ਕਰਵਾਉਣਾ ਚਾਹੁੰਦਾ, ਪਰ ਜਦੋਂ ਉਸਨੇ ਮੈਨੂੰ ਨਾਲ ਦੇ ਪਿੰਡ ਦੇ ਕੁੜੀ ਦੀ ਤਸਵੀਰ ਦਿਖਾਈ ਤਾਂ ਮੇਰਾ ਦਿਲ ਹੀ ਟੁੱਟ ਗਿਆ। ਮੈਂ ਆਪਣੇ ਪਤੀ ਦੀ ਮੌਤ ਤੋਂ ਬਾਅਦ 2.5 ਸਾਲ ਆਪਣੇ ਦਿਓਰ ਦੇ ਨਾਲ ਗੁਜ਼ਾਰ ਦਿੱਤੇ, ਪਰ ਮੇਰੇ ਦਿਓਰ ਨੇ ਮੈਨੂੰ ਕਦੇ ਵੀ ਗਲਤ ਨਜ਼ਰਾਂ ਦੇ ਨਾਲ ਨਹੀਂ ਸੀ ਦੇਖਿਆ ਤੇ ਨਾ ਹੀ ਕਦੇ ਮੈਂ ਇਸ ਨੂੰ ਕਦੇ ਵੀ ਕਿਸੇ ਕੁੜੀ ਦੇ ਨਾਲ ਗੱਲਬਾਤ ਕਰਦੇ ਦੇਖਿਆ ਸੀ। ਫਿਰ ਅਚਾਨਕ ਇਹ ਕੁੜੀ ਕਿੱਥੋਂ ਆ ਗਈ ਸੀ। ਮੈਨੂੰ ਦਿਓਰ ਦੇ ਵਿਆਹ ਦੀ ਗੱਲ ਸੁਣ ਕੇ ਅੰਦਰੋਂ ਅੰਦਰੀ ਜਲਨ ਮਹਿਸੂਸ ਹੋਈ। ਮੈਂ ਨਹੀਂ ਸੀ ਚਾਹੁੰਦੀ ਕਿ ਮੇਰਾ ਦਿਓਰ ਦਾ ਵਿਆਹ ਕਿਸੇ ਹੋਰ ਨਾਲ ਹੋਵੇ, ਪਰ ਮੈਂ ਇੰਨੀ ਬੇਸ਼ਰਮ ਨਹੀਂ ਸੀ ਕਿ ਆਪਣੇ ਦਿਓਰ ਨੂੰ ਸਿੱਧਾ ਹੀ ਕਹਿ ਦਿੰਦੀ ਕਿ ਮੇਰੇ ਨਾਲ ਵਿਆਹ ਕਰਵਾ ਲੈ, ਉਹ ਵੀ 2 ਬੱਚਿਆਂ ਦੀ ਮਾਂ ਦੇ ਨਾਲ। ਮੈਂ ਆਪਣੇ ਦਿਓਰ ਦੇ ਮਾਸੂਮ ਚਿਹਰੇ ਵੱਲ ਦੇਖ ਕੇ ਉਸ ਦੇ ਨਾਲ ਇਸ ਤਰ੍ਹਾਂ ਧੋਖਾ ਨਹੀਂ ਸੀ ਕਰ ਸਕਦੀ। ਫਿਰ ਮੈਨੂੰ ਦਿਓਰ ਨੇ ਕਿਹਾ ਕਿ ਭਾਬੀ, ਤੁਸੀਂ ਰਿਸ਼ਤਾ ਲੈ ਕੇ ਉਹਨਾਂ ਦੇ ਘਰ ਜਾਓ। ਮੈਂ ਆਪਣੇ ਦਿਓਰ ਦੀ ਖੁਸ਼ੀ ਦੀ ਖਾਤਰ ਰਿਸ਼ਤਾ ਲੈ ਕੇ ਉਸ ਕੁੜੀ ਵਾਲਿਆਂ ਦੇ ਘਰ ਪਹੁੰਚ ਗਈ। ਜਦੋਂ ਮੈਂ ਕੁੜੀ ਦੇ ਘਰ ਜਾ ਕੇ ਕੁੜੀ ਨੂੰ ਦੇਖਿਆ ਤਾਂ ਮੈਨੂੰ ਉਦੋਂ ਅਹਿਸਾਸ ਹੋਇਆ ਕਿ ਕੁੜੀ ਬਹੁਤ ਜ਼ਿਆਦਾ ਸੋਹਣੀ ਸੀ। ਇਸ ਕਰਕੇ ਹੀ ਦਿਓਰ ਉਸ ਕੁੜੀ ਦੇ ਲਈ ਪਾਗਲ ਹੋਇਆ ਸੀ। ਉਸ ਕੁੜੀ ਨੂੰ ਦੇਖ ਕੇ ਪਹਿਲਾਂ ਤਾਂ ਮੇਰੇ ਅੰਦਰ ਬੇਈਮਾਨ ਔਰਤ ਜਾਗੀ ਤੇ ਮੈਂ ਉਸ ਰਿਸ਼ਤੇ ਨੂੰ ਤੋੜਨਾ ਚਾਹਿਆ। ਫਿਰ ਮੈਨੂੰ ਭਾਬੀ ਦੇ ਫਰਜ਼ ਅਦਾ ਕਰਨੇ ਸਾਹਮਣੇ ਆਏ, ਕਿਉਂਕਿ ਦਿਓਰ ਨੇ ਜੋ ਮੇਰੇ ਲਈ ਕੀਤਾ ਸੀ ਉਹਨਾਂ ਨੂੰ ਦੇਖ ਕੇ ਮੈਂ ਆਪਣੇ ਦਿਓਰ ਦੀ ਜ਼ਿੰਦਗੀ ਬਰਬਾਦ ਨਹੀਂ ਸੀ ਕਰਨਾ ਚਾਹੁੰਦੀ। ਫਿਰ ਮੈਂ ਉਸ ਕੁੜੀ ਵਾਲਿਆਂ ਨੂੰ ਆਪਣੇ ਦਿਓਰ ਦੀ ਫੋਟੋ ਦਿਖਾਈ ਤੇ ਕੁੜੀ ਵਾਲਿਆਂ ਨੂੰ ਵੀ ਮੇਰੇ ਦਿਓਰ ਦੀ ਫੋਟੋ ਪਸੰਦ ਆ ਗਈ ਤੇ ਉਹਨਾਂ ਨੇ ਵਿਆਹ ਕਰਨ ਲਈ ਵੀ ਉਹ ਰਾਜੀ ਹੋ ਗਏ। ਮੇਰਾ ਦਿਓਰ ਹੁਣ ਬਹੁਤ ਹੀ ਜ਼ਿਆਦਾ ਖੁਸ਼ ਰਹਿਣ ਲੱਗ ਪਿਆ ਸੀ, ਪਰ ਮੈਂ ਆਪਣੇ ਅੰਦਰੋਂ ਅੰਦਰ ਘਬਰਾ ਰਹੀ ਸੀ ਕਿ ਜੇਕਰ ਦਿਓਰ ਦਾ ਵਿਆਹ ਹੋ ਗਿਆ ਤਾਂ ਮੇਰਾ ਤੇ ਮੇਰੀਆਂ ਬੱਚੀਆਂ ਦਾ ਕੀ ਹੋਵੇਗਾ। ਇਹੀ ਸੋਚ ਕੇ ਮੈਂ ਪਰੇਸ਼ਾਨ ਹੋ ਜਾਂਦੀ ਤੇ ਮੇਰੇ ਸਿਰ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ। ਮੇਰਾ ਦਿਓਰ ਮੇਰੀ ਪਰੇਸ਼ਾਨੀ ਨੂੰ ਸਮਝਦਾ ਸੀ ਤੇ ਉਹ ਮੈਨੂੰ ਕਹਿੰਦਾ ਸੀ ਕਿ ਭਾਬੀ, ਤੂੰ ਫਿਕਰ ਨਾ ਕਰ, ਮੈਂ ਆਪਣੇ ਵਿਆਹ ਤੋਂ ਬਾਅਦ ਵੀ ਤੇਰੀਆਂ ਬੱਚੀਆਂ ਨੂੰ ਪਾਲਾਂਗਾ ਤੇ ਉਹਨਾਂ ਨੂੰ ਵਧੀਆ ਪੜ੍ਹਾਵਾਂਗਾ ਲਿਖਾਵਾਂਗਾ। ਪਰ ਇੱਕ ਦਿਨ ਦਿਓਰ ਨੇ ਮੇਰੇ ਤੋਂ ਆਪਣੇ ਕਮਰੇ ਦੀ ਵਧੀਆ ਤਰੀਕੇ ਨਾਲ ਸਫਾਈ ਕਰਵਾਈ ਤੇ ਆਪਣੇ ਕਮਰੇ ਨੂੰ ਪੂਰੀ ਤਰ੍ਹਾਂ ਸਜਾਇਆ, ਜਿਵੇਂ ਕਿਸੇ ਦੇ ਆਉਣ ਦੀ ਉਡੀਕ ਹੋਵੇ। ਦਰਵਾਜ਼ੇ ਤੇ ਕੋਈ ਘੰਟੇ ਕੁ ਬਾਅਦ ਆਇਆ ਤੇ ਜਦੋਂ ਮੈਂ ਗੇਟ ਖੁੱਲ੍ਹਣ ਦੀ ਆਵਾਜ਼ ਆਈ ਤਾਂ ਮੇਰਾ ਦਿਓਰ ਗੇਟ ਵੱਲ ਗਿਆ ਤਾਂ ਮੇਰੇ ਦਿਓਰ ਦੇ ਨਾਲ ਉਸਦੇ ਨਾਲ ਹੋਣ ਵਾਲੀ ਉਸਦੀ ਪਤਨੀ ਆ ਰਹੀ ਸੀ। ਮੈਂ ਤਾਂ ਉਸਨੂੰ ਦੇਖ ਕੇ ਹੈਰਾਨ ਰਹਿ ਗਈ ਤੇ ਮੈਨੂੰ ਮੇਰਾ ਦਿਓਰ ਕਹਿਣ ਲੱਗਿਆ ਕਿ ਭਾਬੀ, ਅੱਜ ਇਹ ਇੱਕ ਦਿਨ ਮੇਰੇ ਕੋਲ ਹੀ ਰਹੇਗੀ। ਤੇ ਫਿਰ ਮੈਨੂੰ ਮੇਰੇ ਦਿਓਰ ਨੇ ਕੁਝ ਪੈਸੇ ਫੜਾਏ ਤੇ ਕਿਹਾ ਕਿ ਭਾਬੀ, ਇਹ ਪੈਸੇ ਰੱਖ ਲਓ, ਜੇਕਰ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਈ ਤਾਂ ਤੁਸੀਂ ਲੈ ਲਿਓ। ਤੇ ਆਪਣੀ ਹੋਣ ਵਾਲੀ ਪਤਨੀ ਨੂੰ ਆਪਣੇ ਕਮਰੇ ਵਿੱਚ ਲੈ ਗਿਆ ਤੇ ਗੇਟ ਬੰਦ ਕਰ ਲਿਆ। ਪਹਿਲਾਂ ਤਾਂ ਮੈਂ ਘਬਰਾ ਗਈ ਕਿ ਵਿਆਹ ਤੋਂ ਪਹਿਲਾਂ ਹੀ ਆਪਣੀ ਪਤਨੀ ਦੇ ਨਾਲ ਇਸ ਤਰ੍ਹਾਂ ਸਾਰਾ ਦਿਨ ਰਹਿਣਾ ਠੀਕ ਨਹੀਂ ਸੀ ਲੱਗਦਾ, ਕਿਉਂਕਿ ਇੱਕ ਸ਼ਰੀਫ ਘਰ ਦੇ ਨੂੰਹ ਪੁੱਤ ਦੀ ਇਹ ਨਿਸ਼ਾਨੀ ਨਹੀਂ ਸੀ। ਪਹਿਲਾਂ ਤਾਂ ਮੇਰਾ ਦਿਲ ਕਰਿਆ ਕਿ ਮੈਂ ਆਪਣੇ ਦਿਓਰ ਨੂੰ ਅਜਿਹਾ ਕਰਨ ਤੋਂ ਰੋਕ ਦੇਵਾਂ, ਪਰ ਫਿਰ ਮੈਂ ਸੋਚਿਆ ਕਿ ਜੇਕਰ ਮੇਰਾ ਦਿਓਰ ਬੁਰਾ ਨਾ ਮਨਾਵੇਗਾ, ਕਿਉਂਕਿ ਸਾਡੇ ਸਾਰੇ ਘਰ ਦਾ ਖਰਚਾ ਮੇਰਾ ਦਿਓਰ ਹੀ ਚੁੱਕਦਾ ਸੀ। ਮੈਨੂੰ ਫਿਰ ਆਪਣੀ ਦਰਾਣੀ ਤੇ ਨਫ਼ਰਤ ਹੋਣ ਲੱਗੀ, ਕਿਉਂਕਿ ਉਹ ਮੇਰੇ ਦਿਓਰ ਨੂੰ ਮੇਰੇ ਸਾਹਮਣੇ ਮੇਰੇ ਤੋਂ ਦੂਰ ਕਰ ਰਹੀ ਸੀ। ਉਹ ਕਿੰਨੀ ਬੇਸ਼ਰਮ ਔਰਤ ਸੀ, ਬਿਨਾਂ ਸੋਚੇ ਸਮਝੇ ਹੀ ਉਸ ਦੇ ਨਾਲ ਇੱਕ ਦਿਨ ਕੱਟਣ ਲਈ ਤਿਆਰ ਸੀ। ਮੈਂ ਤਾਂ ਹੈਰਾਨ ਸੀ ਕਿ ਇਹ ਮੇਰਾ ਇੰਨਾ ਸ਼ਰੀਫ ਦਿਓਰ ਸੀ, ਉਹ ਵਿਆਹ ਤੋਂ ਪਹਿਲਾਂ ਹੀ ਆਪਣੇ ਘਰ ਵਿੱਚ ਆਪਣੀ ਪਤਨੀ ਨੂੰ ਲੈ ਆਇਆ। ਤੇ ਮੈਂ ਉਸ ਕੁੜੀ ਤੇ ਵੀ ਬਹੁਤ ਜ਼ਿਆਦਾ ਹੈਰਾਨ ਸੀ ਕਿ ਵਿਆਹ ਤੋਂ ਪਹਿਲਾਂ ਹੀ ਇੱਕ ਮਰਦ ਦੇ ਨਾਲ ਇੱਕ ਦਿਨ ਗੁਜ਼ਾਰਨ ਲਈ ਤਿਆਰ ਸੀ ਤੇ ਉਹ ਬਿਨਾਂ ਕੁਝ ਸੋਚੇ ਸਮਝੇ। ਮੈਨੂੰ ਤਾਂ ਉਹਨਾਂ ਦੋਹਾਂ ਦੇ ਉੱਪਰ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਸੀ, ਪਰ ਮੈਂ ਕੁਝ ਵੀ ਨਹੀਂ ਸੀ ਕਰ ਸਕਦੀ। ਇਸੇ ਤਰ੍ਹਾਂ ਹੀ ਦਿਨ ਲੰਘਦੇ ਗਏ। ਮੇਰਾ ਦਿਓਰ ਹਰ ਰੋਜ਼ ਉਸ ਨੂੰ ਨਾਲ ਲੈ ਕੇ ਘੁੰਮਣ ਫਿਰਨ ਲਈ ਚਲਿਆ ਜਾਂਦਾ, ਪਰ ਉਹ ਮੇਰਾ ਤੇ ਮੇਰੀਆਂ ਬੱਚੀਆਂ ਦਾ ਵੀ ਪੂਰਾ ਖਿਆਲ ਰੱਖਦਾ ਸੀ। ਪਰ ਮੇਰੇ ਦਿਲ ਵਿੱਚ ਇਹੀ ਰਹਿੰਦਾ ਸੀ ਕਿ ਜੋ ਉਹ ਲੜਕੀ ਕਰ ਰਹੀ ਆ, ਮੇਰੇ ਨਾਲ ਵੀ ਉਹ ਇਹੋ ਜਿਹੀ ਜ਼ਿੰਦਗੀ ਜਿਉਂਦਾ। ਕਾਸ਼ ਮੈਂ ਵੀ ਇਸ ਤਰ੍ਹਾਂ ਦੀ ਜ਼ਿੰਦਗੀ ਕਦੇ ਜਿਉਂਦੀ।
6-7 ਮਹੀਨੇ ਕਿਸ ਤਰ੍ਹਾਂ ਲੰਘ ਗਏ ਕੁਝ ਪਤਾ ਹੀ ਨਾ ਲੱਗਿਆ। ਫਿਰ ਹੌਲੀ ਹੌਲੀ ਦਿਓਰ ਦੀ ਮੁਲਾਕਾਤ ਆਪਣੇ ਮੰਗੇਤਰ ਦੇ ਨਾਲ ਘੱਟ ਹੋਣ ਲੱਗੀ। ਉਹ ਜਦੋਂ ਵੀ ਘਰ ਵਿੱਚ ਆਉਂਦੀ ਤਾਂ ਕਦੇ ਕਦੇ ਦਿਓਰ ਉਸਨੂੰ ਨਾ ਮਿਲਦਾ। ਮੇਰਾ ਦਿਓਰ ਪਰੇਸ਼ਾਨ ਰਹਿਣ ਲੱਗ ਪਿਆ। ਇੱਕ ਦਿਨ ਉਹਨਾਂ ਦੇ ਕਮਰੇ ਵਿੱਚ ਬਹੁਤ ਹੀ ਉੱਚੀ ਉੱਚੀ ਆਵਾਜ਼ ਆ ਰਹੀ ਸੀ ਤੇ ਉਹ ਮੇਰੇ ਦਿਓਰ ਨੂੰ ਇਸ ਤਰ੍ਹਾਂ ਕਹਿ ਰਹੀ ਸੀ ਕਿ ਤੂੰ ਮੇਰੇ ਨਾਲ ਇਸ ਤਰ੍ਹਾਂ ਨਹੀਂ ਕਰ ਸਕਦਾ, ਤੇ ਗੁੱਸੇ ਹੋ ਕੇ ਸਾਡੇ ਘਰੋਂ ਚਲੀ ਗਈ। ਤੇ ਫਿਰ 1 ਮਹੀਨੇ ਤੱਕ ਉਹ ਨਾ ਆਈ। ਫਿਰ ਮਹੀਨੇ ਬਾਅਦ ਜਦੋਂ ਸਾਡੇ ਘਰ ਆਈ ਤੇ ਸਿੱਧਾ ਮੇਰੇ ਦਿਓਰ ਦੇ ਕਮਰੇ ਵਿੱਚ ਚਲੀ ਗਈ। ਮੈਂ ਤਾਂ ਖੁਸ਼ ਸੀ ਕਿ ਦਿਓਰ ਤੇ ਮੇਰੀ ਦਰਾਣੀ ਵਿੱਚ ਅਣਬਣ ਹੋ ਗਈ ਸੀ। ਇਸ ਤਰ੍ਹਾਂ ਇਸ ਵਿੱਚ ਤਾਂ ਮੇਰਾ ਹੀ ਫਾਇਦਾ ਸੀ। ਮੈਂ ਜਾ ਕੇ ਆਪਣੇ ਕਮਰੇ ਵਿੱਚ ਸੌਂ ਗਈ। ਜਦੋਂ ਮੈਂ ਦੁਪਹਿਰ ਦੇ ਟਾਈਮ ਤੇ ਆਪਣੇ ਦਿਓਰ ਦੇ ਕਮਰੇ ਵਿੱਚ ਚਾਹ ਫੜਾਉਣ ਗਈ ਤਾਂ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ। ਤੇਜ਼ ਧਾਰ ਵਾਲਾ ਚਾਕੂ ਮੇਰੇ ਦਿਓਰ ਦੇ ਪੇਟ ਵਿੱਚ ਖੁੱਭਿਆ ਹੋਇਆ ਤੇ ਬਹੁਤ ਜ਼ਿਆਦਾ ਖੂਨ ਨਿਕਲ ਰਿਹਾ ਸੀ। ਮੈਂ ਘਬਰਾ ਗਈ ਤੇ ਮੈਂ ਘਬਰਾਈ ਹੋਈ ਨੇ ਉਹ ਚਾਕੂ ਮੇਰੇ ਦਿਓਰ ਦੇ ਪੇਟ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰੀ ਤੇ ਮੇਰੇ ਦਿਓਰ ਦਾ ਖੂਨ ਮੇਰੇ ਹੱਥਾਂ ਨਾਲ ਲੱਗ ਗਿਆ ਤੇ ਉਹ ਕੁੜੀ ਕਮਰੇ ਵਿੱਚ ਹੀ ਲੁਕੀ ਬੈਠੀ ਸੀ ਤੇ ਉਸਨੇ ਮੇਰੇ ਖੂਨ ਨਾਲ ਲਿਬੜੇ ਹੱਥਾਂ ਨੂੰ ਦੇਖ ਕੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਤੇ ਉਸਦਾ ਰੌਲਾ ਸੁਣ ਕੇ ਪੂਰਾ ਸਾਡਾ ਆਂਢ ਗੁਆਂਢ ਇਕੱਠਾ ਹੋ ਗਿਆ ਤੇ ਉਹ ਉੱਚੀ ਉੱਚੀ ਰੋਣ ਲੱਗੀ ਤੇ ਮੇਰੀ ਜਠਾਣੀ ਨੇ ਮੇਰੇ ਪਤੀ ਨੂੰ ਮਾਰ ਦਿੱਤਾ। ਉਸਨੇ ਆਪਣੇ ਦਿਓਰ ਦਾ ਆਪਣੇ ਹੱਥੀਂ ਹੀ ਕਤਲ ਕਰ ਦਿੱਤਾ। ਮੈਂ ਬਹੁਤ ਤਰਲੇ ਪਾਏ, ਬਹੁਤ ਮਿੰਨਤਾਂ ਕੱਢੀਆਂ, ਪਰ ਮੇਰੀ ਗੱਲ ਕਿਸੇ ਨੇ ਵੀ ਨਾ ਸੁਣੀ ਤੇ ਮੈਂ ਬੇਕਸੂਰ ਜੇਲ੍ਹ ਵਿੱਚ ਬੈਠੀ ਆਪਣੀ ਤਕਦੀਰ ਤੇ ਰੋ ਰਹੀ ਸੀ। ਜਦੋਂ ਇੱਕ ਲੇਡੀਜ਼ ਪੁਲਿਸ ਮੈਨੂੰ ਫੜ ਕੇ ਥਾਣੇਦਾਰ ਕੋਲ ਲੈ ਕੇ ਗਈ, ਉੱਥੇ ਮੈਂ ਥਾਣੇਦਾਰ ਨੂੰ ਦੇਖ ਕੇ ਹੈਰਾਨ ਰਹਿ ਗਈ। ਉੱਥੇ ਜਿਸ ਥਾਣੇਦਾਰ ਨੂੰ ਮੈਂ ਦੇਖਿਆ ਉਹ ਮੇਰੇ ਨਾਲ ਪੜ੍ਹਦਾ ਮੇਰਾ ਹੀ ਕਲਾਸਮੇਟ ਸੀ, ਜੋ ਮੇਰੇ ਨਾਲ ਪਿਆਰ ਕਰਦਾ ਸੀ ਤੇ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਉਹ ਮੈਨੂੰ ਦੇਖ ਕੇ ਘਬਰਾ ਗਿਆ ਤੇ ਮੈਨੂੰ ਕਹਿਣ ਲੱਗਿਆ ਕਿ ਤੂੰ ਇੱਥੇ। ਮੈਂ ਉਸ ਨੂੰ ਦੇਖ ਕੇ ਜ਼ੋਰ ਜ਼ੋਰ ਨਾਲ ਰੋਣ ਲੱਗ ਪਈ ਤੇ ਫਿਰ ਮੈਂ ਉਸ ਨੂੰ ਆਪਣੀ ਸਾਰੀ ਕਹਾਣੀ ਸੁਣਾਈ। ਉਹ ਕਹਾਣੀ ਨੂੰ ਸੁਣ ਕੇ ਉਸ ਨੂੰ ਬਹੁਤ ਅਫਸੋਸ ਹੋਇਆ ਕਿ ਮੈਂ ਵਿਧਵਾ ਹੋ ਚੁੱਕੀ ਹਾਂ ਤੇ ਉਸ ਨੇ ਅਜੇ ਤੱਕ ਵਿਆਹ ਨਹੀਂ ਸੀ ਕਰਵਾਇਆ। ਉਸ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਤੈਨੂੰ ਇਨਸਾਫ ਦਿਵਾ ਕੇ ਹੀ ਰਹਾਂਗਾ। ਉਸ ਨੇ ਮੇਰੇ ਦਿਓਰ ਦੀ ਡੈੱਡ ਬੋਡੀ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਤੇ ਫਿਰ ਰਿਪੋਰਟ ਤੇ ਛਾਣਬੀਣ ਦੇ ਮੁਤਾਬਕ ਮੇਰੇ ਦਿਓਰ ਦੀ ਮੌਤ ਨੂੰ ਤਾਂ 3 ਘੰਟੇ ਗੁਜ਼ਰ ਚੁੱਕੇ ਸੀ, ਪਰ ਜੋ ਵਾਲ ਉਸਦੇ ਕੱਪੜਿਆਂ ਵਿੱਚੋਂ ਮਿਲੇ ਸੀ ਉਹ ਮੇਰੇ ਦਿਓਰ ਦੀ ਹੋਣ ਵਾਲੀ ਪਤਨੀ ਦਾ ਵਾਲ ਸੀ, ਕਿਉਂਕਿ ਮੇਰੇ ਦਿਓਰ ਨੇ ਉਸ ਕੁੜੀ ਨੂੰ ਕਿਸੇ ਹੋਰ ਨਾਲ ਦੇਖ ਲਿਆ ਸੀ। ਕਿਉਂਕਿ ਉਸ ਕੁੜੀ ਦੇ ਹੋਰ ਕਿਸੇ ਨਾਲ ਨਾਜਾਇਜ਼ ਸਬੰਧ ਸਨ ਤੇ ਮੇਰੇ ਦਿਓਰ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਤਾਂ ਕੁੜੀ ਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਮੇਰੇ ਦਿਓਰ ਦਾ ਕਤਲ ਕਰ ਦਿੱਤਾ ਸੀ। ਜਦੋਂ ਮੈਨੂੰ ਮੇਰੀ ਦਰਾਣੀ ਦੀ ਸੱਚਾਈ ਮੇਰੇ ਸਾਹਮਣੇ ਆਈ ਤਾਂ ਮੈਨੂੰ ਸੁਣ ਕੇ ਬਹੁਤ ਦੁੱਖ ਹੋਇਆ, ਕਿਉਂਕਿ ਉਸਨੇ ਮੇਰੇ ਹੀਰੇ ਵਰਗੇ ਦਿਓਰ ਨੂੰ ਮੌਤ ਦੀ ਬਲੀ ਚੜਾ ਦਿੱਤਾ ਸੀ। ਮੈਂ ਆਪਣੇ ਦਿਓਰ ਦੀ ਮੌਤ ਤੇ ਮੈਨੂੰ ਬਹੁਤ ਦੁੱਖ ਹੋਇਆ। ਇਹੋ ਜਿਹਾ ਇਨਸਾਨ ਮੈਨੂੰ ਅੱਜ ਤੱਕ ਕੋਈ ਨਹੀਂ ਸੀ ਮਿਲਿਆ। ਪੁਲਿਸ ਨੇ ਮੇਰੀ ਦਰਾਣੀ ਨੂੰ ਹੱਥ ਕੜੀ ਲਗਾ ਕੇ ਜੇਲ੍ਹ ਵਿੱਚ ਸੁੱਟ ਦਿੱਤਾ। ਮੈਂ ਤਾਂ ਆਪਣੀ ਕਿਸਮਤ ਤੇ ਰੋ ਰਹੀ ਸੀ। 2 ਬੱਚਿਆਂ ਦੇ ਨਾਲ ਇਕੱਲੀ ਕਿਵੇਂ ਆਪਣੇ ਬੱਚਿਆਂ ਨੂੰ ਪਾਲਦੀ। ਮੇਰਾ ਗੁਜ਼ਾਰਾ ਹੋਣਾ ਬਹੁਤ ਮੁਸ਼ਕਿਲ ਸੀ। ਮੈਂ ਤਾਂ ਪਰੇਸ਼ਾਨ ਸੀ ਕਿਉਂਕਿ ਮੇਰੇ ਵਿੱਚ ਹੁਣ ਹਿੰਮਤ ਨਹੀਂ ਸੀ ਕਿ ਮੈਂ ਕਿਸੇ ਦੇ ਘਰ ਵਿੱਚ ਜਾ ਕੇ ਕੋਈ ਕੰਮ ਕਰਾਂ ਜਾਂ ਕਿਤੇ ਕੋਈ ਨੌਕਰੀ ਦੀ ਭਾਲ ਕਰਕੇ ਆਪਣੀਆਂ ਬੱਚੀਆਂ ਦਾ ਪੇਟ ਪਾਲ ਸਕਾਂ। ਫਿਰ ਇੱਕ ਦਿਨ ਅਚਾਨਕ ਮੇਰੇ ਘਰ ਵਿੱਚ ਉਹੀ ਥਾਣੇਦਾਰ ਆਇਆ ਤੇ ਉਸਨੇ ਮੇਰੇ ਨਾਲ ਵਿਆਹ ਕਰਾਉਣ ਦਾ ਫੈਸਲਾ ਸੁਣਾਇਆ ਤਾਂ ਮੈਂ ਖੁਸ਼ ਹੋ ਗਈ। ਆਖਰ ਮੇਰੀ ਵੀ ਕਿਸਮਤ ਨੇ ਮੋੜ ਲਿਆ ਸੀ ਤੇ ਮੇਰੇ ਵੀ ਚੰਗੇ ਦਿਨ ਸ਼ੁਰੂ ਹੋ ਗਏ ਸੀ। ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਦੁੱਖ ਤਕਲੀਫਾਂ ਦੇਖੀਆਂ ਸੀ, ਪਰ ਪ੍ਰਮਾਤਮਾ ਨੇ ਮੈਨੂੰ ਦੁੱਖਾਂ ਤੋਂ ਬਾਹਰ ਕੱਢ ਕੇ ਹੁਣ ਸੁੱਖਾਂ ਵਾਲੀ ਜ਼ਿੰਦਗੀ ਜਿਉਣ ਦਾ ਮੌਕਾ ਦਿੱਤਾ ਸੀ। ਮੈਂ ਵੀ ਉਸ ਇੰਸਪੈਕਟਰ ਦੀ ਗੱਲ ਨੂੰ ਮੋੜ ਨਾ ਸਕੀ ਕਿਉਂਕਿ ਮੈਂ ਵੀ ਉਸ ਨੂੰ ਪਿਆਰ ਕਰਦੀ ਸੀ, ਪਰ ਮੇਰੇ ਪਾਪਾ ਇਹ ਵਿਆਹ ਦੇ ਖਿਲਾਫ ਸਨ। ਫਿਰ ਉਸ ਨੇ ਮੇਰੇ ਨਾਲ ਵਿਆਹ ਕਰਵਾ ਲਿਆ। ਮੈਂ ਇਸ ਵਿਆਹ ਬਾਰੇ ਆਪਣੇ ਮਾਪਿਆਂ ਨੂੰ ਨਾ ਦੱਸਿਆ ਕਿਉਂਕਿ ਉਹਨਾਂ ਨੇ ਤਾਂ ਮੇਰੀ ਦੁੱਖ ਦੀ ਘੜੀ ਵਿੱਚ ਮੇਰੀ ਸਾਰ ਨਹੀਂ ਸੀ ਲਈ। ਇਸ ਲਈ ਹੁਣ ਮੈਂ ਆਪਣੀਆਂ ਬੱਚੀਆਂ ਦੇ ਨਾਲ ਖੁਸ਼ੀ ਦੇ ਨਾਲ ਜ਼ਿੰਦਗੀ ਜਿਉਂ ਰਹੀ ਹਾਂ। ਹਾਂਜੀ ਦੋਸਤੋ, ਤੁਹਾਨੂੰ ਇਹ ਕਹਾਣੀ ਸੁਣ ਕੇ ਤੁਹਾਡੀ ਕੀ ਰਾਏ ਹੈ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਮਿਲਾਂਗੇ ਜੀ ਕੱਲ੍ਹ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।